ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ, ਕਿਵੇਂ ਗਿਆ ਪੇਪਰ? ਮੈਂ ਬਾਕੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਹੈ। ਨਾਇਬ ਤਹਿਸੀਲਦਾਰ ਦਾ ਪੇਪਰ ਔਖਾ ਸੀ। ਮੈਂ ਮੰਨਦਾ ਔਖਾ ਸੀ। ਦੇਖੋ, ਜਨਰਲੀ ਜਦ ਵੀ ਮੈਂ ਸਟੂਡੈਂਟਸ ਨਾਲ ਗੱਲ ਕਰਦਾ ਨਾ ਕਿ ਪੇਪਰ ਕਿਵੇਂ ਦਾ ਸੀਗਾ, ਕੋਈ ਵੀ ਪੇਪਰ ਹੋਵੇ, ਠੀਕ ਹੈ, ਮੈਂ ਜਨਰਲੀ ਗੱਲ ਕਰਦਾ ਤਾਂ ਸਟੂਡੈਂਟਸ ਜਦ ਬਾਹਰ ਆਉਂਦੇ ਆ ਨਾ ਐਗਜ਼ਾਮੀਨੇਸ਼ਨ ਹਾਲ ਤੋਂ, ਤਾਂ ਜਨਰਲੀ ਹਰੇਕ ਸਟੂਡੈਂਟ ਦੀ ਟੈਂਡੈਂਸੀ ਹੁੰਦੀ ਹੈ ਪੇਪਰ ਨੂੰ ਔਖਾ ਕਹਿਣ ਦੀ। ਤਾਂ ਇਸੇ ਕਰਕੇ ਜਦ ਵੀ ਮੈਂ ਸਟੂਡੈਂਟਸ ਨਾਲ ਰਾਬਤਾ ਕਰਦਾ, ਸਟੂਡੈਂਟਸ ਨੂੰ ਪੁੱਛਦਾ ਜਸਟ ਆਫਟਰ देयर ਐਗਜ਼ਾਮ ਕਿ ਪੇਪਰ ਕਿਵੇਂ ਦਾ ਸੀਗਾ, ਤਾਂ ਉਹ ਔਖਾ ਕਹਿੰਦੇ ਤਾਂ ਮੈਂ ਉਹਨਾਂ ਦੀ ਗੱਲ ਨੂੰ, ਉਹਨਾਂ ਦੇ ਓਪੀਨੀਅਨ ਨੂੰ ਵਿਦ ਅ ਪਿੰਚ ਆਫ ਸਾਲਟ ਲੈਣਾ। ਕਿ ਮੈਨੂੰ ਲੱਗਦਾ, ਦੇਖੋ, ਐਗਜ਼ਾਮੀਨੇਸ਼ਨ ਹਾਲ ਤੋਂ ਜਸਟ ਬਾਹਰ ਨਿਕਲ ਕੇ ਤਾਂ ਹਰੇਕ ਨੂੰ ਪੇਪਰ ਔਖਾ ਲੱਗਦਾ। ਹਾਰਡਲੀ 2-3% ਸਟੂਡੈਂਟਸ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਸੌਖਾ ਸੀ, ਐਵਰੇਜ ਸੀ। ਉਹ ਠੀਕ ਠਾਕ ਉਹ ਸਟੂਡੈਂਟਸ ਦਾ ਲੈਵਲ ਹੁੰਦਾ ਹੈ, ਜਾਂ ਕੁਝ ਵੀ, ਕੋਈ ਵੀ ਗੱਲ ਹੋ ਸਕਦੀ ਹੈ, ਜਾਂ ਉਹਨਾਂ ਦਾ ਪੇਪਰ ਵਧੀਆ ਹੋ ਗਿਆ ਔਨ ਦੈਟ ਗਿਵਨ ਡੇ, ਉਹਨਾਂ ਦੀ ਕਿਸਮਤ ਚਮਕੀ ਹੋਈ ਸੀ। ਬਟ 90+% ਸਟੂਡੈਂਟਸ ਜਿਹੜੇ ਹੁੰਦੇ ਆ ਉਹ ਤਾਂ ਕਹਿੰਦੇ ਆ ਔਖਾ ਸੀ। ਬਾਅਦ ਦੇ ਵਿੱਚ ਜਦ 1-2 ਦਿਨ ਬੀਤ ਜਾਂਦੇ ਆ, ਉਦੋਂ ਬਾਅਦ ਜਦ ਉਹ ਪੇਪਰ ਐਨਾਲਿਸਿਸ ਕਰਦੇ ਆ, ਜਦ ਆਨਸਰ ਕੀ ਦੇਖ ਲੈਂਦੇ ਆ, ਤਾਂ ਉਹ ਅਸਲ ਓਪੀਨੀਅਨ ਤੇ ਪਹੁੰਚਦੇ ਆ। ਵਰਨਾ ਇਮੀਡੀਏਟਲੀ ਹਰੇਕ ਸਟੂਡੈਂਟ ਨੂੰ ਲੱਗਦਾ ਕਿ ਪੇਪਰ ਔਖਾ ਸੀ, ਹੈ ਨਾ। ਅਤੇ ਖਾਸ ਕਰ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤਾਂ ਬਿਲਕੁਲ ਲੱਗਦਾ। ਤਾਂ ਇਸੇ ਕਰਕੇ ਜਦ ਕੋਈ ਸਟੂਡੈਂਟ ਬਾਹਰ ਆ ਕੇ ਮੈਨੂੰ ਕਹਿੰਦਾ ਪੇਪਰ ਔਖਾ ਸੀ, ਤਾਂ ਮੈਂ ਥੋੜ੍ਹਾ ਧਿਆਨ ਨਾਲ ਉਹਨਾਂ ਦੇ ਗੱਲ ਸੁਣਦਾ ਅਤੇ ਮੈਂ ਆਪ ਪੇਪਰ ਦੀ ਵੇਟ ਕਰਦਾ, ਆਪ ਐਨਾਲਿਸਿਸ ਕਰਕੇ ਹੀ ਮੈਂ ਆਪਣਾ ਓਪੀਨੀਅਨ ਫਾਰਮ ਕਰਦਾ ਨਾ। ਦੇਖੋ, ਇਹ ਵਾਲਾ ਜਿਹੜਾ ਪੇਪਰ ਸੀਗਾ ਨਾ ਨਾਇਬ ਤਹਿਸੀਲਦਾਰ ਦਾ, ਇਹ ਤਾਂ ਵਾਕਈ ਔਖਾ ਸੀ। ਤਾਂ ਸਟੂਡੈਂਟਸ ਬਾਹਰ ਆ ਕੇ ਮੈਨੂੰ ਦੱਸ ਰਹੇ ਸੀ ਕਿ ਪੇਪਰ ਔਖਾ ਸੀ, ਪੇਪਰ ਬਾਹਲਾ ਔਖਾ ਸੀ, ਪੇਪਰ ਬਿਲਕੁਲ ਚੀਖਾਂ ਕਢਾਤੀਆਂ ਪੇਪਰ ਨੇ, ਉਹ ਸਾਰੀਆਂ ਗੱਲਾਂ ਕਰ ਰਹੇ ਸੀ ਸਟੂਡੈਂਟਸ। ਤਾਂ ਮੈਂ ਵੇਟ ਕਰ ਰਿਹਾ ਸੀ ਕਿ ਮੈਨੂੰ ਪੇਪਰ ਦਿਖਾਓ, ਮੈਂ ਆਪ ਐਨਾਲਿਸਿਸ ਕਰਦਾ, ਤਾਂ ਮੈਂ ਦੱਸਾਂਗਾ ਕਿ ਪੇਪਰ ਔਖਾ ਸੀ, ਕਟ ਆਫ ਕਿੱਦਾਂ ਦੀ ਜਾਣੀ ਹੈ, ਵਗੈਰਾ ਵਗੈਰਾ ਵਗੈਰਾ। ਮੇਰਾ ਐਨਾਲਿਸਿਸ ਮੈਂ ਆਪਣੇ ਐਨਾਲਿਸਿਸ 'ਤੇ ਹੀ ਐਤਬਾਰ ਕਰਦਾ, ਹੈ ਨਾ। ਤਾਂ ਇਸੇ ਕਰਕੇ ਮੈਂ ਆਪ ਪੇਪਰ ਮੰਗਾਇਆ, ਮੈਂ ਚੈੱਕ ਕੀਤਾ, ਅਤੇ ਸੱਚੀ ਗੱਲ ਹੈ ਪੇਪਰ ਵਾਕਈ ਔਖਾ ਸੀ। ਦੇਖੋ, ਨਾਇਬ ਤਹਿਸੀਲਦਾਰ ਦੇ ਲੈਵਲ ਦੇ ਹਿਸਾਬ ਨਾਲ ਤਾਂ ਪੇਪਰ ਵਾਕਈ ਹੀ ਔਖਾ ਸੀ, ਜੈਨੂਇਨਲੀ ਪੇਪਰ ਔਖਾ ਸੀ, ਠੀਕ ਹੈ। ਅਤੇ ਮੈਨੂੰ ਤਾਂ ਬਾਹਰ ਬਹਿ ਕੇ ਲੱਗ ਰਿਹਾ ਸੀ ਪੇਪਰ ਔਖਾ, ਤੁਸੀਂ ਤਾਂ ਆਪ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੇ ਹੋਏ ਸੀ। ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਤਾਂ ਪੇਪਰ ਠੀਕ ਠਾਕ ਔਖਾ ਲੱਗਣਾ, ਠੀਕ ਹੈ। ਹੁਣ ਤਾਂ ਨਾ ਇਹ ਗੱਲ PPSC ਨੇ ਵਾਜ਼ੇ ਕਰਤੀ ਹੈ ਕਿ ਦੇਖੋ, ਅਸੀਂ ਜਿਹੜਾ ਪੇਪਰ ਕੰਡਕਟ ਕਰਾਵਾਂਗੇ ਉਸ ਦਾ ਲੈਵਲ ਅਸੀਂ ਔਖਾ ਹੀ ਰੱਖਾਂਗੇ, PCS ਵਰਗਾ ਹੀ ਰੱਖਾਂਗੇ। ਹੁਣ PCS ਦੇ ਪੇਪਰ ਦੀ ਅਤੇ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਲੈਵਲ ਦੇ ਵਿੱਚ ਤਾਂ ਕੋਈ ਕੁਝ ਖਾਸ ਫਰਕ ਨਹੀਂ ਰਹਿ ਗਿਆ, ਖਾਸਾ ਫਰਕ ਕੁਝ ਨਹੀਂ ਰਹਿ ਗਿਆ। ਤੁਸੀਂ ਜੇ ਨਾਇਬ ਤਹਿਸੀਲਦਾਰ ਦੇ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਮੰਨ ਕੇ ਚੱਲੋ ਤੁਸੀਂ PCS ਦੀ ਵੀ ਨਾਲ ਦੇ ਨਾਲ ਤਿਆਰੀ ਕਰ ਲਓ, ਬਿਕੋਜ਼ ਦੋਨਾਂ ਦਾ ਲੈਵਲ ਨਾ ਬਿਲਕੁਲ ਸੇਮ ਹੋ ਚੁੱਕਿਆ ਹੈ। ਹਾਂ, ਐਗਜ਼ਾਮੀਨੇਸ਼ਨ ਪੈਟਰਨ ਵੱਖਰਾ ਹੈ, ਉੱਥੇ CSAT ਦੇ 100 ਕੁਐਸਚਨਸ ਆਉਂਦੇ ਆ, ਇੱਥੇ ਅਤੇ GS ਦੇ ਵੀ 100 ਕੁਐਸਚਨਸ ਆਉਂਦੇ ਆ। ਨਾਇਬ ਤਹਿਸੀਲਦਾਰ ਦੇ ਵਿੱਚ ਰੇਸ਼ੀਓ 80-40 ਹੈ। ਲੈਵਲ ਦੇ ਵਿੱਚ ਕੋਈ ਫਰਕ ਨਹੀਂ ਹੋ ਸਕਦਾ, ਹਾਂ ਪੈਟਰਨ ਦੇ ਵਿੱਚ ਫਰਕ ਹੈ। ਤਾਂ ਇਸੇ ਕਰਕੇ ਨਾਇਬ ਤਹਿਸੀਲਦਾਰ ਦੀ ਤਿਆਰੀ PCS ਦੀ ਤਿਆਰੀ ਮੰਗਦੀ ਹੈ, PPSC ਨੇ ਕਲੀਅਰ ਕਰਤਾ, ਠੀਕ ਹੈ। ਹੁਣ ਪੇਪਰ ਤਾਂ ਦੇਖੋ ਔਖਾ ਸੀ, ਪਰ ਕੋਈ ਗੱਲ ਨਹੀਂ, ਔਖੇ ਪੇਪਰ ਦੇ ਵਿੱਚ ਵੀ ਨਾ ਇੱਕ ਗੁੱਡ ਨਿਊਜ਼ ਹੁੰਦੀ ਹੈ, ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੁਸੀਂ ਸਾਰੇ ਜਿਹੜੇ ਹਤਾਸ਼ ਨਿਰਾਸ਼ ਬੈਠੇ ਹੋਏ ਹੋ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਔਖਾ ਪੇਪਰ ਗੁੱਡ ਨਿਊਜ਼ ਹੁੰਦਾ ਹੈ। ਬਿਕੋਜ਼ ਔਖੇ ਪੇਪਰ ਦਾ ਮਤਲਬ ਕੀ ਹੈ ਕਿ ਕਟ ਆਫ ਥੱਲੇ ਆ ਜਾਣੀ ਹੈ, ਕਟ ਆਫ ਵਾਕਈ ਇਸ ਪੇਪਰ ਦੇ ਵਿੱਚ ਥੱਲੇ ਆਉਣੀ ਹੈ, ਠੀਕ ਹੈ। ਸੌਖਾ ਪੇਪਰ ਸਗੋਂ ਬੈਡ ਨਿਊਜ਼ ਲੈ ਕੇ ਆਉਂਦਾ, ਬਿਕੋਜ਼ ਕਟ ਆਫ ਉੱਤੇ ਚੜ ਜਾਂਦੀ ਹੈ ਅਤੇ ਤੁਹਾਨੂੰ ਨਹੀਂ ਪਤਾ ਕਿ ਬਾਕੀ ਜੋ ਤੁਹਾਡਾ ਜਿਹੜਾ ਕੰਪੀਟੀਸ਼ਨ ਹੈਗਾ ਉਹ ਕਿੱਦਾਂ ਦਾ ਸੀਗਾ, ਉਹ ਜਿਹੜਾ ਤੁਹਾਡਾ ਕੰਪੀਟੀਸ਼ਨ ਸੀਗਾ ਉਹਨਾਂ ਦੀ ਕਿਸਮਤ ਕਿਵੇਂ ਜੀ ਸੀਗੀ, ਉਹਨਾਂ ਦੇ ਤੁੱਕੇ ਕਿੰਨੇ ਚੱਲ ਗਏ, ਹੈ ਨਾ। ਉਹਨਾਂ ਦੇ ਤੁੱਕੇ, ਕਿਸਮਤ, ਇਹ ਚੀਜ਼ਾਂ ਦਾ ਰੋਲ ਹੁੰਦਾ ਸੌਖੇ ਪੇਪਰ ਦੇ ਵਿੱਚ। ਔਖੇ ਪੇਪਰ ਦੇ ਵਿੱਚ ਤਾਂ ਕਾਬਲੀਅਤ ਦਾ ਹੀ ਰੋਲ ਹੁੰਦਾ, ਬਿਕੋਜ਼ ਤੁੱਕੇ ਵੀ ਨਹੀਂ ਚੱਲਦੇ, ਘੱਟ ਅਟੈਂਪਟ ਕਰਦੇ ਆ ਨਾ ਲੋਕੀ, ਹੈ ਨਾ। ਅਤੇ ਔਖੇ ਪੇਪਰ ਦੇ ਵਿੱਚ ਗੁੱਡ ਨਿਊਜ਼ ਇਹ ਹੈਗੀ ਹੈ ਕਿ ਕਟ ਆਫ ਥੱਲੇ ਆ ਜਾਂਦੀ ਹੈ, ਸੌਖੇ ਦੇ ਵਿੱਚ ਚੜ ਜਾਂਦੀ ਹੈ। ਅਤੇ ਅਸੀਂ ਤਾਂ ਚਾਹੁੰਦੇ ਹਾਂ ਨਾ ਕਿ ਯਾਰ ਕਟ ਆਫ ਥੱਲੇ ਆਏ, ਹੈ ਨਾ। ਇਸੇ ਕਰਕੇ ਤੁਸੀਂ ਆਪਣੇ ਆਪ ਨੂੰ ਤਸੱਲੀ ਦਿਓ ਇਸ ਚੀਜ਼ ਦੀ ਕਿ ਕਟ ਆਫ ਨੇ ਥੱਲੇ ਹੀ ਆਉਣਾ। ਹੁਣ ਦੇਖੋ, ਮੈਂ ਬਾਕੀ ਸਟੂਡੈਂਟਸ ਨਾਲ ਗੱਲ ਕਰ ਰਿਹਾ, ਇੱਕ ਇੱਕ ਕਰਕੇ ਸਾਰਿਆਂ ਦਾ ਜਿਹੜਾ ਅਟੈਂਪਟ ਹੈਗਾ, ਮਾਰਕਸ ਹੈਗੇ ਹੈ, ਉਹ ਸਾਰੇ ਐਨਾਲਾਈਜ਼ ਮੈਂ ਕਰ ਰਿਹਾ। ਉਸ ਦੇ ਹਿਸਾਬ ਨਾਲ ਕੱਲ੍ਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਸਾਡੇ ਵੱਲੋਂ ਐਕਸਪੈਕਟਡ ਕਟ ਆਫ ਕਿੰਨੀ ਜਾਊਗੀ, ਠੀਕ ਹੈ। ਅਤੇ ਆਨਸਰ ਕੀ ਵੀ ਜਿਹੜੀ ਹੈਗੀ ਹੈ ਇਸ ਪੇਪਰ ਦੀ, ਅਸੀਂ ਲੱਗੇ ਹੋਏ ਹਾਂ, ਅਤੇ ਵੈਰੀ ਸੂਨ ਅਸੀਂ ਤੁਹਾਡੇ ਨਾਲ ਨਾ ਆਨਸਰ ਕੀ ਵੀ ਸਾਂਝੀ ਕਰ ਦਾਂਗੇ। ਤਾਂ ਆਨਸਰ ਕੀ ਹੋਗੀ, ਐਕਸਪੈਕਟਡ ਕਟ ਆਫ ਕੀ ਹੈ, ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਡੈਫੀਨੇਟਲੀ ਇੱਕ ਲਾਈਵ ਸੈਸ਼ਨ ਜਾਂ YouTube ਵੀਡੀਓ ਲੈ ਕੇ ਆਵਾਂਗੇ, ਨਹੀਂ ਤਾਂ ਕੱਲ੍ਹ ਨੂੰ ਤਾਂ ਅਸੀਂ ਤੁਹਾਨੂੰ ਪ੍ਰੋਪਰ ਤਿਆਰੀ ਕਰਕੇ ਜ਼ਰੂਰ ਦੱਸਾਂਗੇ ਕਿ ਯਾਰ ਐਕਸਪੈਕਟਡ ਕਟ ਆਫ ਕੀ ਹੈ ਅਤੇ ਆਨਸਰ ਕੀ ਹੈ। ਬਿਕੋਜ਼ ਅਸੀਂ ਨਾ ਐਰਰਸ ਨਹੀਂ ਚਾਹੁੰਦੇ।
ਅਸੀਂ ਨਹੀਂ ਚਾਹੁੰਦੇ ਕਿ ਯਾਰ ਆਨਸਰ ਕੀ ਕੱਢਣ ਦੀ ਜਲਦਬਾਜ਼ੀ ਦੇ ਵਿੱਚ ਅਸੀਂ ਤੁਹਾਨੂੰ ਗਲਤ ਆਨਸਰ ਕੀ ਕੱਢ ਦਈਏ, ਠੀਕ ਹੈ। ਐਕਸਪੈਕਟਡ ਕਟ ਆਫ ਦੱਸਣ ਦੀ ਜਲਦਬਾਜ਼ੀ ਦੇ ਵਿੱਚ ਬਾਕੀ ਲੋਕੀ ਤੁਹਾਨੂੰ ਐਕਸਪੈਕਟਡ ਕਟ ਆਫ ਛੇਤੀ ਦੱਸ ਰਹੇ ਹੋਣੇ, ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿਹੜੀ ਤੁਹਾਨੂੰ ਐਕਸਪੈਕਟਡ ਕਟ ਆਫ ਦੱਸੀਏ ਉਹ ਪ੍ਰੋਪਰ ਫੂਲ ਪ੍ਰੂਫ ਹੋਵੇ। ਇਸੇ ਕਰਕੇ ਅਸੀਂ ਲਗਾਤਾਰ ਸਟੂਡੈਂਟਸ ਨਾਲ ਗੱਲ ਕਰ ਰਹੇ ਹਾਂ, ਫੋਨ ਤੇ ਗੱਲ ਹੋ ਰਹੀ ਹੈ, ਫਿਜ਼ੀਕਲੀ ਜਾ ਕੇ ਗੱਲ ਹੋ ਰਹੀ ਹੈ, ਅਸੀਂ ਲਗਾਤਾਰ ਗੱਲ ਕਰ ਰਹੇ ਹਾਂ, ਮੈਕਸਿਮਮ ਟੂ ਮੈਕਸਿਮਮ ਸਟੂਡੈਂਟਸ ਨਾਲ ਰਾਬਤਾ ਰੱਖਿਆ ਹੋਇਆ ਅਸੀਂ, ਤੇ ਉਹਨਾਂ ਦੇ ਮਾਰਕਸ ਐਕਸਪੈਕਟਡ ਮਾਰਕਸ ਜਾਣਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੇ ਕੱਲ ਨੂੰ ਅਸੀਂ ਤੁਹਾਨੂੰ ਐਕਸਪੈਕਟਡ ਕਟ ਆਫ ਕਿੰਨੀ ਕੁ ਜਾਊਗੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਹੁਣ ਦੇਖੋ, ਮੈਂ ਨਾ ਥੋੜਾ ਬਹੁਤਾ ਪੇਪਰ ਦਾ ਐਨਾਲਿਸਿਸ ਤੁਹਾਡੇ ਨਾਲ ਕਰ ਦਿੰਦਾ। ਮੇਰੇ ਕੋਲ ਜਿਹੜਾ ਇਹ ਪੇਪਰ ਪਿਆ ਹੋਇਆ ਮੇਰੇ ਫੋਨ ਦੇ ਵਿੱਚ ਹੀ ਪਿਆ ਹੋਇਆ, ਠੀਕ ਹੈ, ਤੇ ਮੈਂ ਬਸ ਛੋਟਾ ਜਿਹਾ ਐਨਾਲਿਸਿਸ ਤੁਹਾਡੇ ਨਾਲ ਕਰਨਾ ਹੈ ਕਿ ਇਸ ਦੇ ਵਿੱਚ ਨਾ ਕੁਐਸਚਨ ਸੈਗਰੀਗੇਸ਼ਨ ਕਿਵੇਂ ਦੀ ਸੀਗੀ। ਬਹੁਤ ਹੀ ਸਰਪ੍ਰਾਈਜ਼ਿੰਗ ਗੱਲ ਹੋਈ ਹੈ ਇਸ ਵਾਰੀ। ਮੈਂ ਜਨਰਲੀ ਐਕਸਪੈਕਟ ਕਰਦਾ ਕਿ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ ਇਕਨੋਮੀ ਵੱਲ ਇੰਨਾ ਧਿਆਨ ਨਹੀਂ ਹੁੰਦਾ, ਠੀਕ ਹੈ, ਪੀਸੀਐਸ ਦੇ ਵਿੱਚ ਹੋ ਜਾਂਦਾ, ਬਾਕੀ ਜਿੰਨੇ ਵੀ ਪੇਪਰ ਹੁੰਦੇ ਆ ਇਕਨੋਮੀ ਵੱਲ ਇੰਨਾ ਕੁ ਧਿਆਨ ਨਹੀਂ ਪਾਉਂਦੇ, ਹਿਸਟਰੀ ਦੇ ਵਿੱਚ ਪਾਉਂਦੇ ਆ, ਪਰ ਇਸ ਵਾਰੀ ਤਾਂ ਇਕਨੋਮੀ ਤੇ ਵੀ ਧਿਆਨ ਦਿੱਤਾ ਹੈ, ਤੇ ਕਰੰਟ ਅਫੇਅਰਸ ਨੇ ਤਾਂ ਪ੍ਰਕੱਛੇ ਚੱਕਤੇ ਸਾਰਿਆਂ ਦੇ, ਠੀਕ ਹੈ। ਕਰੰਟ ਅਫੇਅਰਸ ਤਾਂ ਵਾਵਾ ਠੀਕ ਠਾਕ ਪੁੱਛਿਆ। ਜੇ ਅਸੀਂ ਪ੍ਰੋਪਰ ਬਾਈਫਰਕੇਸ਼ਨ ਦੀ ਗੱਲ ਕਰੀਏ ਨਾ, ਤਾਂ ਦੇਖੋ ਕਰੰਟ ਅਫੇਅਰ ਚੋਂ 80 ਚੋਂ ਮੈਂ ਗੱਲ ਕਰ ਰਿਹਾ ਜੀਕੇ ਪੇਪਰ ਦੀ, 80 ਚੋਂ 23 ਕੁਐਸਚਨ ਪੁੱਛੇ ਹੈ ਕਰੰਟ ਅਫੇਅਰ ਦੇ। ਤਾਂ ਕਰੰਟ ਅਫੇਅਰਸ ਤਾਂ ਵਾਕਈ ਬਹੁਤ ਇੰਪੋਰਟੈਂਟ ਹੈ। ਉਹਨਾਂ ਨੇ ਨਾਇਬ ਤਹਿਸੀਲਦਾਰ ਵਾਲਿਆਂ ਨੇ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੋਇਆ ਸੀ ਨਾ ਪਾਸਟ 6 ਮੰਥਸ ਦੇ ਕਰੰਟ ਅਫੇਅਰਸ ਵਾਕਈ ਇੰਪੋਰਟੈਂਟ ਹੈਗੇ। ਤੇ ਸੈਂਟਰ ਦਾ ਯੂਨੀਅਨ ਦੇ ਬਜਟ ਦੇ ਸਵਾਲ ਵੀ ਆਏ ਹੈ, ਉਹ ਵੀ ਕਰੰਟ ਅਫੇਅਰਸ ਦਾ ਹਿੱਸਾ ਹੀ ਹੈ ਨਾ। ਮਾਰਚ ਦੇ ਵਿੱਚ ਬਜਟ ਆਇਆ, ਪਿਛਲੇ 6 ਮਹੀਨੇ ਦੇ ਕਰੰਟ ਅਫੇਅਰਸ ਵਾਕਈ ਬਹੁਤ ਇੰਪੋਰਟੈਂਟ ਸੀਗੇ ਇਸ ਪੇਪਰ ਦੇ ਵਿੱਚ। ਉਹ ਇਹਨਾਂ ਨੇ ਦੱਸਤਾ 23 ਸਵਾਲ, ਘੱਟੋ ਘੱਟ 23 ਸਵਾਲ ਇਹਨਾਂ ਨੇ ਕਰੰਟ ਅਫੇਅਰਸ ਚੋਂ ਪੁੱਛੇ, ਠੀਕ ਹੈ। ਬਾਕੀ ਹਿਸਟਰੀ ਦੇ 16 ਸਵਾਲ ਐਜ਼ ਐਕਸਪੈਕਟਡ। ਹਿਸਟਰੀ ਡੋਮੀਨੈਂਟ ਹੁੰਦੀ ਹੈ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ, PSSB ਦੇ ਪੇਪਰਾਂ ਦੇ ਵਿੱਚ ਵੀ ਹਿਸਟਰੀ ਤਾਂ ਡੋਮੀਨੈਂਟ ਰਹਿੰਦੀ ਹੈ, ਤੇ ਉਹ ਟ੍ਰੈਂਡ ਜਿਹੜਾ ਹੈਗਾ ਉਹ ਨਹੀਂ ਚੇਂਜ ਹੋਇਆ। ਪੋਲਿਟੀ ਦੇ 8 ਸਵਾਲ ਸੀਗੇ, ਬਟ ਹੈਰਾਨੀ ਦੀ ਗੱਲ ਕੀ ਹੈ ਕਿ ਪੋਲਿਟੀ ਤੋਂ ਵੱਧ ਇਕਨੋਮੀ ਦੇ ਸਵਾਲ ਸੀਗੇ, ਠੀਕ ਹੈ। 10 ਸਵਾਲ ਇਕਨੋਮੀ ਚੋਂ ਪੁੱਛੇ ਹੈ, ਇਹ ਜਨਰਲੀ ਕਰਦੇ ਨਹੀਂ। ਪੋਲਿਟੀ ਤੇ ਹਿਸਟਰੀ ਦੀ ਡੋਮੀਨੈਂਸ ਹੁੰਦੀ ਹੈ। ਫਿਰ ਜੋਗ੍ਰਾਫੀ ਐਂਡ এনवायरमेंट ਦੇ 16 ਸਵਾਲ ਪੁੱਛੇ ਹੈ, ਬਿਲਕੁਲ ਹਿਸਟਰੀ ਦਾ ਲੈਵਲ ਪਹੁੰਚਾਤਾ ਇਹਨਾਂ ਨੇ। ਹਿਸਟਰੀ ਦੇ ਵੀ 16 ਸਵਾਲ ਸੀਗੇ, ਜੋਗ੍ਰਾਫੀ এনवायरमेंट ਦੇ ਵੀ 16 ਕੁਐਸਚਨ ਸੀਗੇ। ਸਾਇੰਸ ਦੇ 4 ਸੀਗੇ, ਇੱਕ ਕੁਐਸਚਨ ਆਈਆਰ ਦਾ ਸੀਗਾ, ਪਰ ਉਸ ਨੂੰ ਵੀ ਮੈਂ ਨਾ ਕਰੰਟ ਅਫੇਅਰਸ ਦਾ ਹਿੱਸਾ ਮੰਨ ਲੈਣਾ, ਠੀਕ ਹੈ। ਤੇ ਪੰਜਾਬ ਜੀਕੇ ਤੋਂ ਤਾਂ ਜ਼ਿਆਦਾ ਸਵਾਲ ਪੁੱਛੇ ਨਹੀਂ, 2 ਸਵਾਲ ਪੁੱਛੇ, ਠੀਕ ਹੈ। ਇਹਨਾਂ ਨੇ ਵਾਜ਼ੇ ਕਰਤਾ ਹੈ, ਕਲੀਅਰ ਕਰਤਾ ਹੈ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਨੂੰ ਤੁਸੀਂ ਨਾਇਬ ਤਹਿਸੀਲਦਾਰ ਦਾ ਪੇਪਰ ਨਾ ਕੰਸੀਡਰ ਕਰੋ, ਇਹ ਪੇਪਰ ਹੈਗਾ ਪੀਸੀਐਸ ਦਾ ਹੀ। ਹੁਣ ਦੇਖੋ ਪੀਸੀਐਸ ਵੀ ਆਉਣ ਵਾਲਾ ਹੈ ਨਾ, ਤਾਂ ਤੁਸੀਂ ਦੇਖਣਾ ਪੀਸੀਐਸ ਦਾ ਜਿਹੜਾ ਲੈਵਲ ਹੋਣਾ ਉਹੀ ਆਪਣਾ ਨਾਇਬ ਤਹਿਸੀਲਦਾਰ ਦਾ ਲੈਵਲ ਹੋਣਾ। ਪੇਪਰ ਵੀ ਅਸੀਂ ਜਦ ਦੇਖਦੇ ਹਾਂ ਨਾ, ਤਾਂ ਉਹ ਦੇਖੋ ਜਨਰਲੀ ਕਿਉਂਕਿ PSSB ਜਾਂ ਪੀਪੀਐਸਸੀ ਦੇ ਪੁਰਾਣੇ ਜਿਹੜੇ ਪੇਪਰ ਹੈਗੇ ਆ ਉਹਨਾਂ ਦਾ ਐਨਾਲਿਸਿਸ ਕਰਕੇ ਨਾ ਸਾਨੂੰ ਪਤਾ ਲੱਗਦਾ ਜ਼ਿਆਦਾ ਸਟੇਟਮੈਂਟ ਵਾਲੇ ਕੁਐਸਚਨਸ ਨਹੀਂ ਪੁੱਛਦੇ, ਤੇ ਸਟੇਟਮੈਂਟ ਵਾਲੇ ਕੁਐਸਚਨਸ ਵੀ ਜੇ ਪੁੱਛਦੇ ਆ ਨਾ ਤਾਂ 2 ਸਟੇਟਮੈਂਟਸ ਹੀ ਦਿੰਦੇ ਆ। ਇੱਥੇ ਤਾਂ ਮੈਂ ਦੇਖ ਰਿਹਾ ਸੀ ਸੈਕਿੰਡ ਕੁਐਸਚਨ ਦੇ ਵਿੱਚ ਹੀ 3 ਸਟੇਟਮੈਂਟ ਵਾਲਾ ਕੁਐਸਚਨ, ਜਨਰਲੀ 3 ਸਟੇਟਮੈਂਟ ਵਾਲੇ ਕੁਐਸਚਨ ਸੀਗੇ, 1 2 3 ਓਨਲੀ 1 1 ਐਂਡ 2 ਓਨਲੀ 2 ਐਂਡ 3 ਓਨਲੀ। ਤਾਂ ਪੇਪਰ ਵਾਕਈ ਔਖਾ ਸੀਗਾ, ਕਿਤੇ ਕਿਤੇ ਤਾਂ 4 ਸਟੇਟਮੈਂਟ ਵਾਲੇ ਕੁਐਸਚਨ ਸੀਗੇ। ਮੈਂ ਦੇਖਿਓ ਹੁਣ ਕਲੀਅਰ ਕੱਟ ਕਹਿ ਰਿਹਾ ਕਿ ਪੇਪਰ ਨਾ ਪੀਸੀਐਸ ਦਾ ਲੈਵਲ ਦਾ ਸੀਗਾ, ਪਰ ਕੁਝ ਕੁਐਸਚਨਸ ਤਾਂ ਅਜਿਹੇ ਸੀਗੇ ਕਿ ਮੈਨੂੰ ਲੱਗਦਾ ਆਈਐਸ ਦੇ ਐਗਜ਼ਾਮ ਵਰਗਾ ਪੇਪਰ ਸੀਗਾ। ਹੁਣ ਆ ਮੈਨੂੰ ਗੱਲ ਸਮਝ ਨਹੀਂ ਆਉਂਦੀ ਕਿ ਨਾਇਬ ਤਹਿਸੀਲਦਾਰ ਦੇ ਲਈ ਤੁਸੀਂ ਆਈਐਸ ਦਾ ਟੈਸਟ ਕਿਉਂ ਕਰ ਰਹੇ ਹੋ, ਪਰ ਇਹ ਤਾਂ ਕਰ ਰਹੇ ਆ। ਪੰਜਾਬ ਵਾਲਿਆਂ ਨੇ ਵਾਜ਼ੇ ਕਰਤਾ ਹੈ ਕਿ ਅਸੀਂ ਲੈਵਲ ਚੱਕ ਦੇਣਾ ਹੈ, ਆਈਐਸ ਵਰਗੇ ਹੀ ਕੁਐਸਚਨਸ ਪੁੱਛਣੇ ਨਾਇਬ ਤਹਿਸੀਲਦਾਰ ਦੀ ਭਰਤੀ ਦੇ ਲਈ ਵੀ, ਠੀਕ ਹੈ। ਵੈਸੇ ਹੀ ਬਥੇਰੀ ਕੰਟਰੋਵਰਸੀ ਹੋ ਗਈ ਨਾਇਬ ਤਹਿਸੀਲਦਾਰ ਦੇ ਵਿੱਚ, ਅਸੀਂ ਜਾਣਦੇ ਹਾਂ ਨਾ 2020 ਦਾ ਨਿਕਲਿਆ ਹੋਇਆ ਪੇਪਰ, ਬਥੇਰੀ ਕੰਟਰੋਵਰਸੀ ਹੋ ਚੁੱਕੀ। ਹੁਣ ਅਸੀਂ ਸਾਰੇ ਹੀ ਕੰਟਰੋਵਰਸੀਜ਼ ਦੇ ਹੁਣ ਅਸੀਂ ਪ੍ਰੋਪਰ ਜਵਾਬ ਦੇਣੇ ਹੈ, ਅਸੀਂ ਤਗੜਾ ਲੈਵਲ ਦਾ ਪੇਪਰ ਰੱਖਣਾ, ਤੇ ਉਹਨਾਂ ਨੇ ਰੱਖਤਾ, ਤਗੜੇ ਲੈਵਲ ਦਾ ਪੇਪਰ ਰੱਖਤਾ। ਤਾਂ ਦੇਖੋ ਪੇਪਰ ਔਖਾ ਸੀ ਤਾਂ ਤੁਸੀਂ ਨਿਸ਼ਚਿੰਤ ਹੋ ਜਾਓ, ਪੇਪਰ ਔਖਾ ਸੀ ਇਸੇ ਕਰਕੇ ਸਾਰਿਆਂ ਦੇ ਲਈ ਔਖਾ ਸੀ। ਤੁਸੀਂ ਘਬਰਾਓ ਨਾ, ਟੈਨਸ਼ਨ ਦੇ ਵਿੱਚ ਨਾ ਆਓ, ਬਿਲਕੁਲ ਡਿਪਰੈਸ਼ਨ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ। ਸਾਰਿਆਂ ਦੇ ਲਈ ਮਾਰਕ ਮਾਈ ਵਰਡਸ, ਮੇਰੀ ਜਿਨ੍ਹਾਂ ਨਾਲ ਗੱਲ ਹੋ ਚੁੱਕੀ ਹੈ ਸਾਰੇ ਕਹਿ ਰਹੇ ਹੈ ਕਿ ਪੇਪਰ ਔਖਾ ਹੀ ਸੀ, ਇਸੇ ਕਰਕੇ ਕਟ ਆਫ ਦੇ ਕਾਫੀ ਥੱਲੇ ਜਾਣ ਦੇ ਆਸਾਰ ਹੈ, ਤਾਂ ਤੁਹਾਡੇ ਫਾਈਟਿੰਗ ਚਾਂਸ ਹੈਗੇ ਹੈ। ਬਾਕੀ ਡੀਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿੰਨੇ ਫਾਈਟਿੰਗ ਚਾਂਸ ਹੈਗੇ ਆ ਤੁਹਾਡੇ, ਐਕਸਪੈਕਟਡ ਕਟ ਆਫ ਕਿੰਨੀ ਮੇਰੇ ਹਿਸਾਬ ਨਾਲ ਹੋ ਸਕਦੀ ਹੈ। ਮੈਨੂੰ ਥੋੜਾ ਹੋਰ ਟਾਈਮ ਚਾਹੀਦਾ ਐਨਾਲਿਸਿਸ ਦੇ ਲਈ, ਬਿਕੋਜ਼ ਮੈਂ ਨਾ ਠੀਕ ਠਾਕ ਡੀਪ ਐਨਾਲਿਸਿਸ ਕਰਦਾ, ਤੇ ਮੈਂ ਚਾਹੁੰਦਾ ਕਿ ਮੇਰਾ ਐਨਾਲਿਸਿਸ ਨਾ ਐਰਰ ਫ੍ਰੀ ਹੋ।
ਬਿਕੋਜ਼ ਤੁਸੀਂ ਮੇਰੇ ਐਨਾਲਿਸਿਸ ਤੇ ਜੇ ਰਿਲਾਈ ਕਰਨਾ ਤਾਂ ਮੈਂ ਆਪਣਾ ਐਨਾਲਿਸਿਸ ਐਰਰ ਫ੍ਰੀ ਰੱਖਣਾ। ਇਸੇ ਕਰਕੇ ਮੈਂ ਹੋਰ ਡੀਪ ਐਨਾਲਿਸਿਸ ਕਰਨਾ ਚਾਹੁੰਦਾ, ਠੀਕ ਹੈ। ਮੈਂ ਚਾਹੁੰਦਾ ਕਿ ਮੈਂ ਹੋਰ ਸਟੂਡੈਂਟਸ ਨਾਲ ਵੀ ਗੱਲ ਕਰ ਲਵਾਂ ਕਿ ਕਿਸ ਹਿਸਾਬ ਦਾ ਪੇਪਰ ਹੋਇਆ। ਪਰ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋ ਚੁੱਕੀ ਹੈ ਸਾਰੇ ਔਖਾ ਕਹਿ ਰਹੇ ਆ। ਹੁਣ ਆਨਸਰ ਕੀ ਇੱਕ ਵਾਰੀ ਅਸੀਂ ਕੱਢ ਦਈਏ, ਫਿਰ ਐਕਸਪੈਕਟਡ ਕੱਟ ਆਫ ਤੁਹਾਨੂੰ ਦੱਸਾਂਗੇ, ਤੁਸੀਂ ਉਸੇ ਹਿਸਾਬ ਨਾਲ ਆਪਣਾ ਦੇਖਣਾ ਕਿ ਕਿੰਨੇ ਤੁਹਾਡੇ ਫਾਈਟਿੰਗ ਚਾਂਸ ਹੈਗੇ ਜਾਂ ਨਹੀਂ ਹੈ। ਬਟ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਹਾਡੇ ਕੱਟ ਨੰਬਰ ਵੀ ਬਣ ਰਹੇ ਆ ਤੁਹਾਡੇ ਫਾਈਟਿੰਗ ਚਾਂਸ ਹੈਗੇ ਆ, ਬਿਕੋਜ਼ ਪੇਪਰ ਸਾਰਿਆਂ ਦੇ ਲਈ ਔਖਾ ਸੀ, ਸਾਰਿਆਂ ਦੇ ਲਈ ਔਖਾ ਸੀ, ਠੀਕ ਹੈ ਜੀ। ਚਲੋ ਫਿਰ ਆਨਸਰ ਕੀ ਨਾਲ ਤੇ ਐਕਸਪੈਕਟਡ ਕੱਟ ਆਫ ਨਾਲ ਮੈਂ ਤੁਹਾਡੇ ਨਾਲ ਦੁਬਾਰਾ ਰਾਬਤਾ ਕਰਾਂਗਾ, ਦੁਬਾਰਾ ਗੱਲ ਕਰਾਂਗਾ, ਠੀਕ ਹੈ। ਬਸ ਇਹੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ। ਧੰਨਵਾਦ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਤੇ ਮੇਰੀ ਵੇਟ ਕਰਿਓ, ਮੈਂ ਐਨਾਲਿਸਿਸ ਪੇਪਰ ਦਾ ਥੋੜਾ ਡੀਪਰ ਐਨਾਲਿਸਿਸ ਕਰਕੇ ਐਕਸਪੈਕਟਡ ਕੱਟ ਆਫ ਤੇ ਆਪਣੀ ਆਨਸਰ ਕੀ ਲੈ ਕੇ ਆ ਰਹੇ ਹਾਂ। ਸੋ ਸਟੇ ਟਿਊਨਡ, ਆਲਰਾਈਟ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਐਂਡ ਡੋਂਟ ਲੂਜ਼ ਹਾਰਟ, ਸਾਰਿਆਂ ਦੇ ਲਈ ਪੇਪਰ ਔਖਾ ਸੀ, ਠੀਕ ਹੈ ਜੀ। ਚਲੋ ਜੀ, ਚੰਗਾ।